अस्सलाम वालेकुम जनाब। सज्जनों, मैं थोड़े लिए ना ਜਿਹੜੇ ਫਿਤਰਤ ਦੇ ਇਨਾਮਾਤ ਸਾਡੇ ਲਈ ਨਾ ਖੁਦਾ ਦੇ ਸਾਡੇ 'ਤੇ ਇਨਾਮਾਤ ਕੀਤੇ ਆ, ਉਹਨਾਂ ਵਿੱਚੋਂ ਇੱਕ ਇਨਾਮ ਆ ਜਿਹਨੂੰ ਕਹਿੰਦੇ ਆ ਪਪੀਤਾ। ਇਹ ਪਪੀਤਾ ਇੱਕ ਫਲ ਆ। ਇਹ ਫੁੱਟ ਵਾਂਗੂ ਹੁੰਦਾ, ਲੇਕਿਨ ਫੁੱਟ ਲੱਗਦੀ ਹੈ ਬੇਲ ਨੂੰ, ਇਹ ਲੱਗਦਾ ਇੱਕ ਦਰਖਤ ਹੁੰਦਾ। ਇਹਦਾ ਦਰਖਤ ਵਾਂਗੂ ਲੱਗਦਾ ਹੈ, ਬਿਲਕੁਲ ਫੁੱਟ ਵਾਂਗੂ ਹੁੰਦਾ ਅਤੇ ਨਰਮ ਵੀ ਓਨਾ ਹੀ ਹੁੰਦਾ, ਲੇਕਿਨ ਵਿਟਾਮਿਨ ਨਾਲ ਭਰਿਆ ਹੁੰਦਾ, ਮਿਨਰਲ ਅਤੇ ਵਿਟਾਮਿਨ। ਇਹ ਸਾਰਾ ਫਾਈਬਰ ਦੇ ਨਾਲ ਮਿਨਰਲ ਅਤੇ ਵਿਟਾਮਿਨ ਇੰਨੇ ਹੁੰਦੇ ਆ, ਕੋਈ ਹਿਸਾਬ ਹੀ ਨਹੀਂ। ਇੱਕ ਇਹਦਾ ਖਾਸ ਅਜਜ਼ਾ ਹੈਗਾ ਨਾ, ਜਿਹੜਾ ਜੁਜ਼ ਹੈਗਾ, ਉਹ ਬੀਟਾ ਕੈਰੋਟੀਨ ਆ। ਇਹ ਬੀਟਾ ਕੈਰੋਟੀਨ ਸਾਨੂੰ ਕੀ ਕਰਦਾ? ਅੱਖਾਂ ਲਈ ਇੰਤਹਾਈ ਸੁਪਰ ਆ। ਜਿਸ ਤਰ੍ਹਾਂ ਇਨਸਾਨ ਦੀ ਉਮਰ ਵੱਧਦੀ ਹੈ, ਉਮਰ ਵਧਣ ਨਾਲ ਅੱਖਾਂ ਜਿਹੜੀਆਂ ਸਾਡੇ ਨਾ ਪੁਤਲੀਆਂ ਫੋਕਸ ਕਰਦੀਆਂ, ਨੇੜੇ ਚੀਜ਼ ਨੂੰ ਫੋਕਸ ਕਰਕੇ ਦੇਖਦੀਆਂ, ਦੂਰ ਚੀਜ਼ ਨੂੰ ਨਵੇਂ ਲੰਬੇ ਲੈਂਸ ਨਾਲ ਦੇਖਦੀਆਂ। ਇਹ ਜਿਹੜੀ ਕੁਦਰਤੀ ਨਿਜ਼ਾਮ ਹੁੰਦਾ ਨਾ ਸਾਡਾ, ਫੋਕਸ ਹੋਣ ਵਾਲਾ, ਨੇੜੇ ਦੀ ਨਜ਼ਰ, ਦੂਰ ਦੀ ਨਜ਼ਰ, ਧੁੰਦਲੀ ਨਜ਼ਰ ਆਉਣ ਲੱਗ ਪੈਂਦੀ ਆ, ਸਾਏ ਨਜ਼ਰ ਆਉਣ ਲੱਗ ਪੈਂਦੇ ਆ, ਅੱਖਾਂ ਅੱਗੇ ਅਚਾਨਕ ਹਨੇਰਾ ਆਉਣ ਲੱਗ ਪੈਂਦਾ। ਇਹਦੇ ਲਈ ਬੀਟਾ ਕੈਰੋਟੀਨ ਬੀਟਾ ਕੈਰੋਟੀਨ ਇੰਤਹਾਈ ਸੁਪਰ ਅਜਜ਼ਾ ਇਹਦੇ 'ਚ, ਇਹ ਅੱਲਾ ਨੇ ਖਾਸ ਕਰਕੇ 'ਚ ਪਾਇਆ। ਮਸਨੂਈ ਤੌਰ 'ਤੇ ਅਸੀਂ ਕਿੰਨਾ ਵੀ ਖਾਵਾਂਗੇ ਨਾ, ਲੇਕਿਨ ਪਪੀਤੇ ਵਾਲੇ ਦੇ ਜਿਹੜਾ ਬੀਟਾ ਕੈਰੋਟੀਨ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਅੱਲਾ ਨੇ ਸਭ ਤੋਂ ਪਹਿਲੇ ਪਪੀਤੇ 'ਚ ਰੱਖ ਦਿੱਤਾ ਕਿ ਸਾਡੀ ਨਿਗਾਹ ਕਮਜ਼ੋਰ ਨਹੀਂ ਹੋਏਗੀ ਜਿਹੜੇ ਬੰਦੇ ਲਗਾਤਾਰ ਆਪਣੀ ਖੁਰਾਕ 'ਚ ਪਪੀਤੇ ਨੂੰ ਇਸਤੇਮਾਲ ਕਰਦੇ ਆ। ਅੱਖਾਂ ਦਾ ਜਿਹੜਾ ਧੁੰਦਲਾਪਨ ਆ ਨਾ, ਉਮਰ ਵੱਧਣ ਦੇ ਨਾਲ ਹੁੰਦਾ। ਇਹ ਲਗਾਤਾਰ ਅਗਰ ਧੁੰਦਲਾਪਨ ਤੋਂ ਪਹਿਲੇ ਇਸਤੇਮਾਲ ਸ਼ੁਰੂ ਕਰਤਾ ਜਾਵੇ ਨਾ, ਧੁੰਦਲਾਪਨ ਆਉਂਦਾ ਹੀ ਨਹੀਂ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੀ ਨਿਗਾਹ ਕਮਜ਼ੋਰ ਹੋ ਗਈ ਆ। ਲੇਕਿਨ ਖੁਦਾ ਨਾ ਕਰੇ ਬੰਦੇ ਜਿਹੜੇ ਨਿਗਾਹ ਕਮਜ਼ੋਰ ਹੋ ਗਈ ਕਿਸੇ ਵਜ੍ਹਾ ਨਾਲ, ਉਦੋਂ ਸ਼ੁਰੂ ਕਰਦੇ ਆ ਇਹ ਪਪੀਤੇ ਨੂੰ ਇਸਤੇਮਾਲ ਕਰਨਾ, ਅਤੇ ਜਿੰਨੀ ਵੀ ਅਲਾਮਤ ਹੁੰਦੀਆਂ ਨਜ਼ਰ ਕਮਜ਼ੋਰੀ ਦੀਆਂ, ਦੂਰ ਦੀ ਨਜ਼ਦੀਕ ਦੀ, ਧੁੰਦ ਦਾ ਜਾਲਾ ਆ, ਇਹ ਸਾਰੀ ਖਤਮ ਹੋ ਜਾਂਦੀ ਹੈ। ਇੱਕ ਹੋਰ ਬਿਮਾਰੀ ਆਉਂਦੀ ਆ ਕਿ ਪੋਲੂਸ਼ਨ ਸਾਡੇ ਆਮ ਹੈਗੀ ਆ, ਸਮੋਕ ਛਾਈ ਰਹਿੰਦੀ ਆ, ਇਹਦੇ ਨਾਲ ਅੱਖਾਂ 'ਚ ਨਾ ਖਾਰਿਸ਼ ਹੋਣ ਲੱਗ ਪੈਂਦੀ ਆ, ਚੁਭਣ ਹੋਣ ਲੱਗ ਪੈਂਦੀ ਆ। ਇਹ ਖਾਰਿਸ਼ ਦਾ, ਚੁਭਣ ਦਾ ਪਪੀਤਾ ਬਿਹਤਰੀਨ ਇਲਾਜ ਆ। ਜਿਹੜੇ ਲੋਕ ਮੁਸਤਕਿਲ ਮਿਜਾਜ਼ੀ ਨਾਲ ਪਪੀਤਾ ਇਸਤੇਮਾਲ ਕਰਦੇ ਆ ਨਾ, ਉਹਦੀ ਨਿਗਾਹ ਕਦੇ ਕਮਜ਼ੋਰ ਨਹੀਂ ਹੁੰਦੀ। ਇੱਕ ਹੋਰ ਦੀ ਖਾਸ ਅਹਿਮ ਵਜ੍ਹਾ ਹੈਗੀ ਜੋ ਹੈਗੀ ਆ ਕਲਾੜੀ ਹਜ਼ਰਾਤ ਲਈ, ਜਿਹੜੇ ਵੇਟ ਲਿਫਟਿੰਗ ਕਰਦੇ ਆ, ਕੋਈ ਕ੍ਰਿਕਟ ਖੇਡਦਾ, ਕੋਈ ਕਬੱਡੀ ਖੇਡਦਾ, ਇਹ ਥਕਾਵਟ ਨਹੀਂ ਹੋਣ ਦਿੰਦਾ, ਪੱਠਿਆਂ ਨੂੰ ਇੰਤਹਾਈ ਮਜ਼ਬੂਤ ਕਰ ਦਿੰਦਾ। ਇਹ ਇੰਤਹਾਈ ਸਸਤੀ ਡਾਈਟ ਆ। ਗੋਸ਼ਤ ਦੀ ਬਜਾਏ, ਗੋਸ਼ਤ 2 ਬੋਟੀਆਂ ਖਾ ਲਓ ਬਸ ਠੀਕ ਆ, ਆਪਣਾ ਕੰਮ ਪੂਰਾ ਹੋ ਗਿਆ। ਅਗਰ ਪਪੀਤਾ ਲਗਾਤਾਰ ਖਿਲਾੜੀ ਇਸਤੇਮਾਲ ਕਰਦੇ ਆ, ਨਾ ਥਕਾਵਟ ਹੋਏਗੀ ਉਹਨੂੰ, ਨਾ ਮਸਲ ਪੁੱਲ ਹੋਣਗੇ। ਖਿਲਾੜੀ ਹਜ਼ਰਾਤ ਨੂੰ ਨਾ ਜਿਹੜੀ ਨਾ ਇੱਕ ਚਾਹ ਹੁੰਦੀ ਆ ਵਰਜ਼ਿਸ਼ ਕਰਨ ਦੀ, ਥਕਾਵਟ ਬਿਲਕੁਲ ਮਹਿਸੂਸ ਨਹੀਂ ਹੋਏਗੀ, ਹਮੇਸ਼ਾ ਦਾ ਜਜ਼ਬਾ ਜਵਾਨ ਰਹੇਗਾ। ਇਹ ਪਪੀਤੇ ਦੀ ਖਾਸ ਜਿਹੜੀ ਅਹਿਮੀਅਤ ਪਾਈ ਅੱਲਾ ਨੇ, ਤਾਂ ਕਿ ਲੋਕਾਂ ਨੇ ਕਿਉਂਕਿ ਵਰਕ ਕਰਨਾ ਹੁੰਦਾ, ਮੁਸ਼ੱਕਤ ਕਰਨੀ ਆ, ਅਤੇ ਲਿਹਾਜ਼ਾ ਅੱਲਾ ਨੇ ਇਹਦੇ ਸਾਡੇ ਲਈ ਖਾਸ ਇਨਾਮ ਰੱਖ ਦਿੱਤਾ ਕਿ ਤੁਹਾਨੂੰ ਕੋਈ ਵਿਟਾਮਿਨ ਦੀ ਚੀਜ਼ ਖਰੀਦਣ ਦੀ ਦਵਾਈ ਲੋੜ ਨਹੀਂ। ਚੁੱਪ ਕਰਕੇ ਪਪੀਤਾ ਲਓ, ਬਾਜ਼ਾਰੋਂ ਲੈ ਕੇ ਖਾ ਲਓ। ਇੱਕ ਪਪੀਤੇ ਨਾਲ 2-3 ਦਿਨ ਲੰਘ ਸਕਦੇ ਆ। ਪਪੀਤੇ ਦਾ ਅੱਲਾ ਨੇ ਖਾਸ ਚੀਜ਼ ਪਾਈ ਆ ਕਿ ਇਨਸਾਨ ਉਮਰ ਵਧਣ ਦੇ ਨਾਲ ਜਿਹੜਾ ਸਾਡਾ ਨਿਜ਼ਾਮ ਆ ਨਾ, ਉਹ ਕਮਜ਼ੋਰ ਹੋ ਜਾਂਦਾ, ਹਰ ਇਨਸਾਨ ਦਾ ਹੋ ਜਾਂਦਾ। ਲੇਕਿਨ ਅਗਰ ਪਪੀਤਾ ਇਸਤੇਮਾਲ ਕਰਦੇ ਆ, ਸਾਡੇ ਨਿਜ਼ਾਮ ਨੂੰ ਕੋਈ ਕਮਜ਼ੋਰੀ ਨਹੀਂ ਆਏਗੀ, ਕੋਈ ਫਰਕ ਨਹੀਂ ਪਏਗਾ। ਅਸੀਂ ਜੋ ਖਾਵਾਂਗੇ ਉਹ ਹਜ਼ਮ ਹੋਏਗਾ, ਉਹ ਸਾਡੇ ਜਿਸਮ ਨੂੰ ਲੱਗੇਗਾ। ਨਿਜ਼ਾਮ ਲਈ ਇੰਤਹਾਈ ਸੁਪਰ ਚੀਜ਼ ਆ। ਜਿਹੜਾ ਚਲੋ ਤਜਰਬਾ ਦਾ ਬਾਹਰ ਵੀ ਕਰ ਲਓ, ਜਿਹੜਾ ਗੋਸ਼ਤ ਗਲਦਾ ਨਹੀਂ ਨਾ, ਉਹਦੇ 'ਚ ਤਾਂ 2-4 ਇੰਚ ਦਾ ਟੁਕੜਾ ਪਾ ਦਿਓ, ਮਤਲਬ ਬਾਹਰ ਵੱਡੇ ਜਾਮ ਦਾ ਗੋਸ਼ਤ ਹੁੰਦਾ, ਨਹੀਂ ਗਲਦਾ, ਅੱਗ ਜਲਾ ਥੱਕ ਜਾਂਦੀਆਂ ਮਾਈਆਂ, ਤਾਂ ਤੁਸੀਂ 2-4 ਇੰਚ ਦਾ ਟੁਕੜਾ ਨਾ ਪਪੀਤੇ ਦਾ ਉਹ 'ਚ ਪਾ ਦਿਓ, ਇਨਸ਼ਾਅੱਲਾ ਗੋਸ਼ਤ ਗਲ ਜਾਏਗਾ। ਗੋਸ਼ਤ ਖਾਣ ਤੋਂ ਬਾਅਦ ਅਗਰ ਇਹਦਾ ਗੋਸ਼ਤ ਗਲ ਜਾਂਦਾ, ਭਲਵਾਨ ਹਜ਼ਰਾਤ ਗੋਸ਼ਤ ਜ਼ਿਆਦਾ ਖਾ ਲੈਂਦੇ ਆ, ਕਲਾੜੀ ਹਜ਼ਰਾਤ ਜੇ ਜਾ ਕੇ ਮੁਸ਼ੱਕਤਾਂ ਕਰਦੇ ਆ, ਵੇਟ ਲਿਫਟਿੰਗ ਕਰਦੇ ਆ, ਜਦੋਂ ਗੋਸ਼ਤ ਜ਼ਿਆਦਾ ਖਾ ਜਾਂਦੇ ਆ, ਉਹ ਪਪੀਤਾ ਖਾ ਲੈਣ ਥੋੜ੍ਹਾ ਜਿਹਾ, ਇਨਸ਼ਾਅੱਲਾ ਕੋਈ ਮੈਦੇ ਤੋਂ ਬੋਝ ਨਹੀਂ ਪਏਗਾ, ਹਰ ਚੀਜ਼ ਹਜ਼ਮ ਹੋ ਜਾਏਗੀ। ਬੀਟਾ ਕੈਰੋਟੀਨ ਦਾ ਹੋਰ ਵੀ ਅਹਿਮ ਕੰਮ ਹੈਗਾ ਕਿ ਜੇ ਸਾਡਾ ਨਿਜ਼ਾਮ ਤਨਫੁਜ਼ ਆ ਨਾ, ਸਾਂਸ ਲੈਣ ਵਾਲਾ ਨਿਜ਼ਾਮ, ਇਹਨੂੰ ਇੰਤਹਾਈ ਸੁਪਰ ਕਰ ਦਿੰਦਾ। ਸਾਂਸ ਦੇ ਨਿਜ਼ਾਮ ਨੂੰ, ਫੇਫੜਿਆਂ ਨੂੰ, ਦਮੇ ਨੂੰ, ਸਾਂਸ ਦੀ ਰੁਕਾਵਟ ਨੂੰ, ਖਾਂਸੀ ਨੂੰ ਇਹ ਦੂਰ ਕਰ ਦਿੰਦਾ। ਬਾਅਦ ਲੋਕਾਂ ਦੀ ਬੜੀ ਭੈੜੀ ਖਾਂਸੀ ਆ, ਜ਼ਾਲਮ ਖਾਂਸੀ ਕਹਿੰਦੇ ਆ ਉਹਨੂੰ, ਜਦੋਂ ਸ਼ੁਰੂ ਹੋ ਜਾਂਦੀ ਆ ਜ਼ਈਫ ਹਜ਼ਰਾਤ ਨੂੰ, ਅੱਜ ਤੇ ਲਗਾਤਾਰ ਆਈ ਜਾਂਦੀ ਆ, ਉਹ ਵਿਚਾਰਾ ਜਿਹੜੀਆਂ ਠੌਰੂ ਲੱਗ ਲੱਗਾ ਰਹਿੰਦਾ। ਉਹ ਦੇਖਣ ਵਾਲਾ ਵੀ ਬੰਦਾ ਕਰਦਾ ਵੀ ਯਾਰ ਬਾਬਾ ਹੁਣ ਗਿਆ ਤੇ ਹੁਣ ਗਿਆ। ਉਹਦਾ ਬਿਹਤਰੀਨ ਇਲਾਜ ਆ, ਅਗਰ ਸਿਰਪ ਦਿੰਦੇ ਆ ਨਾ ਉਹਨੂੰ, ਉਹ ਸਿਰਪ ਨਾਲ ਨੀਂਦ ਆ ਜਾਏਗੀ, ਖਾਂਸੀ ਬਦਸਤੂਰ ਉਸੇ ਰਹੇਗੀ। ਉਹਨੂੰ ਪਪੀਤਾ ਖਿਲਾਉਣਾ ਸ਼ੁਰੂ ਕਰ ਦਿਓ, ਪੱਕੇ ਹੋਇਆ ਤਾਜ਼ਾ ਪਪੀਤਾ, ਅਤੇ ਇਨਸ਼ਾਅੱਲਾ ਉਹਨੂੰ ਫੇਫੜੇ ਦਾ ਮਸਲਾ ਕੋਈ ਨਹੀਂ ਹੋਏਗਾ, ਨਾ ਖਾਂਸੀ ਆਏਗੀ। ਇਹ ਫੇਫੜਿਆਂ ਵਿੱਚ ਜਮੀ ਹੋਈ ਬਲਗਮ ਨੂੰ ਨਾ ਪਪੀਤਾ
यानी कि इंतहाई आराम ਨਾਲ ਖੇਡ ਕੇ ਕਿ ਜ਼ੋਰ ਵੀ ਨਹੀਂ ਲੱਗਦਾ, ਫੇਫੜਿਆਂ ਦਾ ਜ਼ੋਰ ਬਿਲਕੁਲ ਨਹੀਂ ਲੱਗਦਾ, ਲੇਕਿਨ ਬਲਗਮ ਸਾਡੀ ਉਖੜ ਜਾਂਦੀ ਆ। ਜੋ ਹਲਕੀ ਖਾਂਸੀ ਨਾਲ ਕਰਦੇ ਆ, ਖਾਂਸੀ ਨਾਲ ਬਲਗਮ ਬਾਹਰ ਚੱਲ ਜਾਂਦੀ ਆ। ਇਹ ਅੱਲਾ ਨੇ ਖਾਸ ਇਨਾਮ ਰੱਖਿਆ ਨਿਜ਼ਾਮੇ ਤਨਫੁਜ਼ ਲਈ, ਅੱਖਾਂ ਲਈ, ਮਸਲ ਦੀ ਤਾਕਤ ਲਈ ਪਪੀਤੇ 'ਚ। ਇੱਕ ਹੋਰ ਜਿਹੜਾ ਅਹਿਮ ਕੰਮ ਆ ਕਿ ਜਿਹੜੇ ਸ਼ੂਗਰ ਵਾਲੇ ਲੋਕ ਆ, ਸ਼ੂਗਰ ਦੇ ਖਿਲਾਫ ਇਹ ਐਂਟੀਆਕਸੀਡੈਂਟ ਆ। ਸ਼ੂਗਰ ਦੇ ਖਿਲਾਫ ਅਤੇ ਕੈਂਸਰ ਦੇ ਖਿਲਾਫ। ਕੈਂਸਰ ਦੇ ਵਿੱਚ ਨਾ ਖੁਲੀਏ ਤਕਸੀਮ ਹੋ ਕੇ ਟੁੱਟਣੇ ਸ਼ੁਰੂ ਹੋ ਜਾਂਦੇ ਆ। ਇਹ ਜਿਹੜਾ ਪਪੀਤਾ ਨਾ, ਇਹ ਕੈਂਸਰ ਦੇ ਖਿਲਾਫ ਕੁਦਰਤੀ ਤੌਰ 'ਤੇ ਕੁਵਤ ਮੁਦਾਫਤ ਪੈਦਾ ਕਰਦਾ, ਬੰਦੇ ਨੂੰ ਕੈਂਸਰ ਨਹੀਂ ਹੋਣ ਦੇਗਾ ਇਨਸ਼ਾਅੱਲਾ। ਕਿਉਂਕਿ ਇਹ ਕਿਸੇ ਇਨਸਾਨ ਦੀ ਬਣਾਈ ਹੋਈ ਦਵਾਈ ਨਹੀਂ ਕਿ ਅਗਰ ਅਸੀਂ ਇਹ ਖਾਵਾਂਗੇ ਇੱਕ ਤਾਂ ਬਿਮਾਰੀ ਹਟੇਗੀ ਕਿ ਨਵੀਂ ਲੱਗ ਜਾਏਗੀ, ਨਹੀਂ। ਇਹ ਅੱਲਾ ਨੇ ਬਣਾਇਆ, ਇਹਨੇ ਕੈਂਸਰ ਦੇ ਖਿਲਾਫ ਸਾਡੇ ਜਿਸਮ 'ਚ ਕੁਵਤ ਮੁਦਾਫਤ ਪੈਦਾ ਕਰਨੀ ਹੈ। ਅਤੇ ਦੂਜੀ ਸ਼ੂਗਰ ਦੇ ਖਿਲਾਫ, ਕਿਉਂਕਿ ਸ਼ੂਗਰ 'ਚ ਲੁਬਾ ਆਪਣਾ ਕੰਮ ਛੱਡ ਦਿੰਦਾ, ਇਨਸੂਲਿਨ ਬਣਾਉਣੋਂ ਹਟ ਜਾਂਦਾ, ਜਿਹਦੀ ਵਜ੍ਹਾ ਨਾਲ ਜਦੋਂ ਇਨਸੂਲਿਨ ਨਹੀਂ ਬਣਦੀ ਅਤੇ ਸ਼ੂਗਰ ਯਾਨੀ ਕਿ ਅਸੀਂ ਮਿੱਠੀ ਚੀਜ਼ ਖਾਂਦੇ ਆ ਨਾ, ਹਰ ਬੰਦਾ ਮਿੱਠੀ ਚੀਜ਼ ਦਾ ਖਾਣ ਦਾ ਸ਼ੌਕੀਨ ਆ, ਉਹ ਸਾਨੂੰ ਹਜ਼ਮ ਨਹੀਂ ਹੁੰਦੀ, ਫਿਰ ਉਹ ਖੂਨ ਸ਼ਾਮਲ ਹੋ ਜਾਂਦੀ ਆ। ਅਗਰ ਹਜ਼ਮ ਹੋ ਜਾਂਦੀ ਥੋੜ੍ਹੀ ਹਜ਼ਮ ਹੁੰਦੀ ਆ। ਇਹ ਸਾਡੇ ਲੁਬੇ ਦੇ ਕੰਮ ਨੂੰ ਇੰਤਹਾਈ ਸੁਪਰ ਕਰ ਦਿੰਦਾ। ਜਿਹੜੇ ਦਿਲ ਦੇ ਮਰੀਜ਼ ਆ, ਦਿਲ ਦੇ ਮਰੀਜ਼ਾਂ ਲਈ ਪਪੀਤਾ ਇੰਤਹਾਈ ਸੁਪਰ ਆ। ਇਹ ਦਿਲ ਦੀ ਘਬਰਾਹਟ ਹੁੰਦੀ ਆ, ਬਾਹਰ ਲੋਕ ਦਿਲ ਦੇ ਮਰੀਜ਼ ਨਹੀਂ, ਲੇਕਿਨ ਉਮਰ ਦੇ ਤਕਾਜ਼ੇ ਨਾਲ ਉਹਨੂੰ ਦਿਲ ਘਬਰਾਉਣ ਲੱਗ ਪੈਂਦਾ, ਕੋਈ ਸਦਮੇ ਵਾਲੀ ਗੱਲ ਸੁਣ ਲੈਣ ਉਹਨੂੰ ਗਸ਼ੀ ਪੈ ਜਾਂਦੀ ਹੈ, ਜਾਂ ਕੋਲ ਧਮਾਕਾ ਹੋ ਜਾਵੇ, ਕੋਈ ਗੋਲਾ ਛੱਡ ਦਿੰਦੇ ਆ। ਸ਼ਾਦੀ ਵਿਆਹਾਂ ਦੇ ਚੱਕਾ ਪਿੰਡਾਂ ਥਾਵਾਂ 'ਚ ਗੋਲੇ ਆਮ ਚੱਲਦੇ ਆ, ਉਹ ਜ਼ਹੀ ਬੰਦੇ ਬਿਲਕੁਲ ਯਾਰ ਦਿਲ 'ਤੇ ਬੜਾ ਬੋਝ ਲੈ ਜਾਂਦੇ ਆ। ਅਤੇ ਉਹ ਇਹਦੇ ਲਈ ਦਿਲ ਲਈ ਇਹ ਖਾਣ ਦੀ ਵਜ੍ਹਾ ਨਾਲ ਉਹਦਾ ਦਿਲ ਇੰਤਹਾਈ ਮਜ਼ਬੂਤ ਹੋ ਜਾਂਦਾ, ਅਤੇ ਬਿਲਕੁਲ ਉਹਨੂੰ ਯਾਨੀ ਕਿ ਇੱਕ ਜਵਾਨ ਬੰਦੇ ਕੋਲ ਦਿਲ ਹੋ ਜਾਂਦਾ ਉਹਦਾ, ਕਿ ਉਹਨੂੰ ਨਾ ਕੋਈ ਸਦਮਾ ਜਾਂ ਕੋਈ ਧਮਾਕਾ ਹੋ ਗਿਆ, ਗੋਲਾ ਚੱਲ ਗਿਆ, ਇਹਨੂੰ ਬਿਲਕੁਲ ਦਿਲ 'ਤੇ ਨਹੀਂ ਲਾਉਂਦਾ, ਉਹਦਾ ਦਿਲ ਮਜ਼ਬੂਤ ਹੋ ਜਾਂਦਾ। ਮਜ਼ਬੂਤ ਹੋਣ ਦੀ ਵਜ੍ਹਾ ਇਹ ਬਣਦੀ ਆ ਕਿ ਜੋ ਅਸੀਂ ਲਗਾਤਾਰ ਇਹਨੂੰ ਇਸਤੇਮਾਲ ਕਰਦੇ ਹਾਂ, ਸਾਡੇ ਪੱਠੇ, ਸਾਡੀ ਨਿਗਾਹ, ਸਾਡਾ ਨਿਜ਼ਾਮ ਤਨਫੁਜ਼, ਸਾਡਾ ਨਿਜ਼ਾਮ ਇੰਹਜ਼ਾਮ, ਹਾਜ਼ਮੇ ਦਾ ਨਿਜ਼ਾਮ ਬਿਲਕੁਲ ਸਹੀ ਰਹਿੰਦਾ। ਜੋ ਸਾਡੀ ਖੁਰਾਕ ਸਹੀ ਹਜ਼ਮ ਹੋਣ ਲੱਗ ਪੈਂਦੀ ਆ, ਸਾਡੇ ਪੱਠੇ ਮਜ਼ਬੂਤ ਹੋ ਜਾਂਦੇ ਆ। ਉਹ ਜਿਸਮ 'ਚ ਸਾਡੀ ਪੂਰੀ ਸਰਵ ਕਰਦਾ, ਕੈਲਸ਼ੀਅਮ, ਵਿਟਾਮਿਨ, ਆਇਰਨ, ਪੋਟਾਸ਼ ਜੋ ਸਾਨੂੰ ਚਾਹੀਦੀ ਹੁੰਦੀ ਆ, ਜਿਸਮ ਸਾਡਾ ਉਹਨੂੰ ਇਸਤੇਮਾਲ। ਪਪੀਤੇ 'ਚ ਅੱਲਾ ਨੇ ਨਾ ਫਾਈਬਰ ਰੱਖਿਆ ਵਾਫਰ ਮਿਕਦਾਰ 'ਚ। ਫਾਈਬਰ ਹੋਣ ਦੀ ਵਜ੍ਹਾ ਨਾਲ, ਕਿਉਂਕਿ ਜੋ ਨਿਜ਼ਾਮ ਤਨਫੁਜ਼ ਨੂੰ, ਨਿਜ਼ਾਮੇ ਨਿਜ਼ਾਮ ਨੂੰ, ਸਾਡੇ ਸ਼ੂਗਰ ਦਾ ਲੈਵਲ ਅਤੇ ਇਹਨੂੰ ਬਣਾਈ ਨੂੰ ਸਹੀ ਕਰਦਾ। ਇਹਦੇ ਨਾਲ ਉਹ ਜਿਹੜਾ ਅਹਿਮ ਕੰਮ ਕਰਦਾ, ਉਹ ਇਹ ਕਰਦਾ ਕਿ ਸਾਡਾ ਜਿਹੜਾ ਨਾ ਬਲੱਡ ਪ੍ਰੈਸ਼ਰ, ਹਰ ਬੰਦਾ ਹੀ ਬਲੱਡ ਪ੍ਰੈਸ਼ਰ ਦਾ ਮਰੀਜ਼ ਆ। ਉਨੀਆਂ ਦੁਕਾਨਾਂ 'ਤੇ ਚੀਜ਼ਾਂ ਖਾਣ ਵਾਲੀਆਂ ਦੇ ਘਿਓ ਅਤੇ ਦਾਲਾਂ ਨਹੀਂ ਵਿਕਦੀਆਂ ਜਿੰਨੀਆਂ ਮੈਡੀਕਲ ਦੀ ਦੁਕਾਨ 'ਤੇ ਨਾ ਬਲੱਡ ਪ੍ਰੈਸ਼ਰ ਲੋ ਹਾਈ ਕਰਨ ਵਾਲੀਆਂ ਦਵਾਈਆਂ ਵਿਕਦੀਆਂ। ਲੋਕ ਦਵਾਈਆਂ ਖਾਈ ਜਾਂਦੇ ਆ, ਅਗਰ ਇੱਕ ਚੀਜ਼ ਠੀਕ ਹੁੰਦੀ ਦੂਜੀ ਖਰਾਬ ਹੋ ਜਾਂਦੀ ਆ। ਲੇਕਿਨ ਅਗਰ ਇਹ ਪਪੀਤਾ ਆਪਣੀ ਖੁਰਾਕ ਸ਼ਾਮਲ ਕਰ ਲੈਣ, ਸਾਡਾ ਬਲੱਡ ਪ੍ਰੈਸ਼ਰ ਬਿਲਕੁਲ ਨਾਰਮਲ ਕਰ ਦੇਗਾ ਇਹ। ਕਿਉਂ ਅੱਲਾ ਨੇ ਖਾਸੀਅਤ ਰੱਖੀ ਆ ਕਿ ਸਾਡੇ ਬਲੱਡ ਪ੍ਰੈਸ਼ਰ ਨੂੰ ਨਾ ਹਾਈ ਹੋਣ ਦਿੰਦਾ, ਨਾ ਲੋ ਹੋਣ ਦਿੰਦਾ, ਨਾਰਮਲ ਰੱਖਦਾ। ਕਿਉਂਕਿ ਜਿੰਨੇ ਅਜਜ਼ਾ ਸਾਡੇ ਜਿਸਮ ਨੂੰ ਚਾਹੀਦੇ ਹੁੰਦੇ ਆ, ਉਹ ਅਜਜ਼ਾ ਪੂਰੇ ਦਿੰਦਾ। ਲਿਆ ਸਾਡਾ ਬਲੱਡ ਪ੍ਰੈਸ਼ਰ ਨਾ ਹਾਈ ਹੁੰਦਾ, ਨਾ ਲੋ ਹੁੰਦਾ। ਯਾਨੀ ਕਿ ਸਾਡਾ ਨਾ ਇੱਕ ਕਿਸਮ ਦਾ ਇਹ ਗਵਰਨਰ ਹੀ ਲੱਗ ਜਾਂਦਾ ਸਾਡੇ ਜਿਸਮ 'ਤੇ, ਕਿ ਸਾਡੇ ਜਿਹੜੇ ਨਿਜ਼ਾਮ ਨੂੰ ਨਾ, ਦੌਰਾਨੇ ਖੂਨ ਨੂੰ ਬਿਲਕੁਲ ਸਹੀ ਰੱਖਦਾ, ਉੱਤੇ ਕੋਈ ਪ੍ਰੈਸ਼ਰ ਨਹੀਂ ਆਉਣ ਦਿੰਦਾ। ਫਾਈਬਰ ਹੋਣ ਦੀ ਵਜ੍ਹਾ ਨਾਲ ਅਤੇ ਸਾਡਾ ਖੂਨ ਪਤਲਾ ਰਹਿੰਦਾ, ਖੂਨ ਜੰਮਦਾ ਨਹੀਂ, ਜਿਹਦੀ ਵਜ੍ਹਾ ਨਾਲ ਸਾਡਾ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ। ਇੱਕ ਪਪੀਤੇ ਹੋਰ ਬਹੁਤ ਖਾਸ ਕੰਮ ਵਾਲਿਆਂ ਨੇ ਰੱਖਿਆ, ਜਿਹੜੇ ਲੋਕਾਂ ਦੇ ਨਾ ਕੰਨਾਂ 'ਚ ਛਾਏ ਹੁੰਦੀ ਆ। ਇਹ ਗੱਲ ਨੋਟ ਕਰਨ ਵਾਲੀ ਆ, ਕਿਸੇ ਦਵਾਈ ਨਾਲ ਵੀ ਇਹ ਕੰਨਾਂ ਦੀ ਛਾਏ ਖਤਮ ਨਹੀਂ ਹੁੰਦੀ। ਬਹੁਤ ਜਦੀਦ ਸਾਇੰਸ ਹੋ ਗਈ ਆ, ਲੇਕਿਨ ਇਹ ਛਾਏ ਖਤਮ ਨਹੀਂ ਹੋ ਸਕੀ ਲੋਕਾਂ ਦੀ। ਇਹਦੇ ਲਈ ਇਸ ਤਰ੍ਹਾਂ ਸਾਇੰਸ ਕਰਦੇ ਆ, ਕੰਨਾਂ ਦੇ ਵਿੱਚ ਨਾ ਕੋਈ ਉਹ ਮਿਊਜ਼ਿਕ ਦੇ ਚੱਲਣ ਵਾਲੇ ਆਲੇ ਲਾ ਦਿੰਦੇ ਆ ਕਿ ਉਹ ਹਲਕੇ ਚੱਲੀ ਜਾਂਦੇ ਆ, ਛਾਏ ਸੁਣਦੀ ਨਹੀਂ। ਲੇਕਿਨ ਮਰੀਜ਼ ਜਦੋਂ ਛਾਏ ਹੋਣ ਲੱਗ ਪੈਂਦੀਆਂ ਨਾ, ਬਿਲਕੁਲ ਨਹੀਂ ਹਟਦੀ। ਪਪੀਤਾ ਇਸਤੇਮਾਲ ਕਰਨ ਨਾਲ ਇਨਸ਼ਾਅੱਲਾ, ਲਗਾਤਾਰ ਪਪੀਤਾ ਇਸਤੇਮਾਲ ਕਰੋ। ਜਿਸ ਤਰ੍ਹਾਂ ਰੋਟੀ ਖਾਂਦੇ ਆ ਨਾ, ਇਸ ਤਰ੍ਹਾਂ ਪਪੀਤਾ ਖਾਓ, ਅਤੇ 2-4 ਦਿਨ ਜਾਂ 10 ਦਿਨ ਚ ਇਨਸ਼ਾਅੱਲਾ ਛਾਏ ਕਰਨਾ ਹੋਣਾ ਬਿਲਕੁਲ ਹਟ ਜਾਏਗੀ। ਇਹ ਅੱਲਾ ਨੇ ਚ ਖਾਸ ਖਾਸੀਅਤ ਰੱਖੀ ਆ ਕਿ ਕੰਨਾਂ ਦੀ ਛਾਏ ਬਿਲਕੁਲ ਖਤਮ ਹੋ ਜਾਂਦੀ ਆ। ਅਤੇ ਜਦੀਦ ਸਾਇੰਸ ਵੀ ਇਹਦੀ ਕੋਈ ਦਵਾਈ ਨਹੀਂ ਬਣਾ ਸਕੀ, ਨਾ ਦਵਾਈ ਹੁਣ ਤੱਕ ਇਜਾਦ ਹੋਈ ਆ, ਅੱਗੇ ਹੋ ਜਾਏ ਤਾਂ ਪਤਾ ਨਹੀਂ। ਲੇਕਿਨ ਅੱਲਾ ਨੇ ਤਾਂ ਸਾਡੇ ਜੰਮਣ ਤੋਂ ਪਹਿਲਾਂ ਹੀ ਭੇਜੀ ਸੀ ਦਵਾਈ ਸਾਡੇ ਲਈ, ਵੀ ਲੋਕਾਂ ਨੂੰ ਕੰਨਾਂ 'ਚ ਛਾਏ ਵੀ ਹੋਣੀ ਆ, ਇਹਨਾਂ ਨਿਜ਼ਾਮ ਵੀ ਖਰਾਬ ਹੋਣਾ, ਪੋਲੂਸ਼ਨ ਦੀ ਵਜ੍ਹਾ ਨਾਲ ਫੇਫੜੇ ਖਰਾਬ ਵੀ ਹੋਣੇ ਆ, ਨਿਜ਼ਾਮ ਤਨਫੁਜ਼ ਖਰਾਬ ਹੋਣਾ, ਸਾਂਸ ਲੈਣ ਦਾ ਨਿਜ਼ਾਮ ਦਾ ਫਰਕ ਪੈਣਾ, ਇਹਦਾ ਨਿਜ਼ਾਮ ਖਰਾਬ ਹੋਣਾ, ਇਹਨੂੰ ਸ਼ੂਗਰ ਵੀ ਹੋਣੀ ਆ। ਲਿਹਾਜ਼ਾ ਅੱਲਾ ਨੇ ਇਹ ਸਾਰੀ ਬਿਮਾਰੀਆਂ ਦਾ ਇਲਾਜ ਇੱਕ ਪਪੀਤੇ 'ਚ ਰੱਖ ਦਿੱਤਾ। ਪਿੰਡਾਂ ਥਾਵਾਂ 'ਤੇ ਪਪੀਤੇ ਲੋਕ ਹੁਣ ਆਮ ਲਾਉਣ ਲੱਗ ਪਏ ਆ। ਇਹ ਲੋਕ ਆਪਣੇ ਸਿਹਤ 'ਚ ਵੀ ਲਾ ਸਕਦੇ ਆ। ਇਹ ਤੋਂ ਜਿੰਨਾ ਤੁਸੀਂ ਯਾਨੀ ਕਿ ਨਾ ਮੁਫਤ 2-4 ਪੌਦੇ ਲਾ ਦਿਓ ਘਰ 'ਚ, ਮੁੱਕਦਾ ਹੀ ਨਹੀਂ, ਬੇਹਿਸਾਬਾ ਲੱਗਦਾ ਹੈ।
ਜਿਸ ਤਰ੍ਹਾਂ ਦਰੇਕ ਨੂੰ ਗੁਟਕਾਂ ਨੂੰ ਲੱਗਦੇ ਆ ਨਾ, ਬਿਲਕੁਲ ਪਪੀਤਾ ਐਵੇਂ ਲੱਗਦਾ, ਉਹ ਥੋੜ੍ਹਾ ਬੜਾ ਹੋ ਜਾਂਦਾ ਹੈ, ਯਾਨੀ ਕਿ ਛੋਟੀ ਫੁੱਟ ਜਿੰਨਾ ਹੋ ਜਾਂਦਾ ਹੈ, ਲਜ਼ੀਜ਼ ਵੀ ਹੁੰਦਾ ਅਤੇ ਬਾਜ਼ਾਰ 'ਚ ਵੀ ਆਮ ਮਿਲ ਜਾਂਦਾ। ਲਿਹਾਜ਼ਾ ਮੈਂ ਜਿਹੜੇ ਅੱਜ ਤੁਹਾਨੂੰ ਦੱਸਿਆ ਪਪੀਤੇ ਮੁਤਲਕ, ਉਮੀਦ ਆ ਤੁਸੀਂ ਇਹ ਅੱਲਾ ਦੇ ਬਣਾਏ ਹੋਏ ਇਸ ਨਿਜ਼ਾਮ ਨੂੰ, ਜਿਹੜਾ ਸਾਡੇ ਲਈ ਕੁਦਰਤੀ ਬਣਾਇਆ, ਸਾਡੇ ਨਾ ਜਿਸਮ ਨੂੰ ਤਾਕਤ ਦੇਣ ਲਈ, ਸਾਡੇ ਜਿਸਮ ਨੂੰ ਦੇਰ ਭਰ ਜ਼ਿੰਦਾ ਰੱਖਣ ਲਈ, ਸਾਨੂੰ ਤਾਕਤਵਰ ਕਰਨ ਲਈ, ਸਾਡੇ ਸਾਰੇ ਨਿਜ਼ਾਮ ਨੂੰ ਸਹੀ ਕਰਨ ਲਈ, ਸਾਨੂੰ ਬਿਮਾਰੀਆਂ ਤੋਂ ਬਚਾਉਣ ਦੀ ਜਾਂ ਦਫਾ ਦਿੱਤਾ ਨਾ ਅੱਲਾ ਨੇ, ਉਹ ਦੱਸਿਆ ਪਪੀਤੇ 'ਚ ਦਿੱਤੇ ਆ। ਅਤੇ ਉਮੀਦ ਆ ਤੁਸੀਂ ਇਹ 'ਤੇ ਅਮਲ ਕਰੋਗੇ। ਅਗਲੀ ਵੀਡੀਓ ਤੱਕ ਮੈਂ ਇਨਸ਼ਾਅੱਲਾ ਫਿਰ ਹਾਜ਼ਰ ਹੋਵਾਂਗਾ। ਅਸਲਾਮ ਵਾਲੇਕੁਮ।